प्यारे विद्यार्थियों, ਆਪਾਂ ਨਿਰਾਸ਼ ਹੋਣਾ ਮਨਾ ਹੈ ਆਰਟੀਕਲ ਪੜ੍ਹ ਰਹੇ ਸੀ। 2 ਲੈਕਚਰ ਆਪਾਂ ਇਸ ਵਿਸ਼ੇ ਦੇ ਉੱਪਰ ਸ਼ੇਅਰ ਕਰ ਚੁੱਕੇ ਹਾਂ ਔਰ ਅੱਜ ਮੈਂ ਇਸ ਲੈਕਚਰ ਦਾ ਤੀਸਰਾ ਹਿੱਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਗੱਲ ਸ਼ੁਰੂ ਕਰਦੇ ਹਾਂ ਆਪਾਂ। ਮੇਰੀ ਆਵਾਜ਼ ਠੀਕ ਆ ਰਹੀ ਹੈ ਬਈ? यस सर। हाँ जी, निराश होना मना है, ਇਹਦਾ ਤੀਸਰਾ ਲੈਕਚਰ ਆਪਾਂ ਅੱਜ ਸ਼ੁਰੂ ਕਰਨ ਲੱਗੇ ਹਾਂ। ਆਪਾਂ ਗੱਲ ਕਰ ਰਹੇ ਸੀ ਕਿ ਦੂਜਿਆਂ ਦੀ ਮਦਦ ਕਰਦਿਆਂ ਅਤੇ ਸਮੱਸਿਆਵਾਂ ਸੁਲਝਾਉਂਦਿਆਂ ਸਾਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਸੁੱਝ ਜਾਵੇਗਾ। ਕੱਲ ਇਸ ਵਿਸ਼ੇ ਦੇ ਉੱਪਰ ਆਪਾਂ ਗੱਲ ਕਰ ਰਹੇ ਸੀ। ਇਸ ਤੋਂ ਅੱਗੇ ਵਧਦੇ ਹਾਂ। ਜਦੋਂ ਤੁਹਾਨੂੰ ਕੋਈ ਮੁਸੀਬਤ ਬਣੇ, ਆਪਣੇ ਤੋਂ ਵਡੇਰੀ ਮੁਸੀਬਤ ਵਾਲੇ ਵਿਅਕਤੀ ਦਾ ਸਾਥ ਦੇ ਕੇ ਵੇਖਣਾ ਤੁਹਾਨੂੰ ਆਪਣੀ ਮੁਸੀਬਤ ਬੜੀ ਛੋਟੀ ਤੇ ਆਸਾਨ ਪ੍ਰਤੀਤ ਹੋਣ ਲੱਗ ਪਏਗੀ। ਮਤਲਬ ਕੀ ਹੈ ਕਿ ਸਾਨੂੰ ਇਹ ਲੱਗਦਾ ਰਹਿੰਦਾ ਕਿ ਜਿਹੜੀ ਸਾਡੀ ਮੁਸੀਬਤ ਹੈ ਉਹ ਬਹੁਤ ਜ਼ਿਆਦਾ ਵੱਡੀ ਹੈ। ਕਦੇ ਆਪਣੇ ਤੋਂ ਵੱਡੀ ਮੁਸੀਬਤ ਵਾਲੇ ਬੰਦੇ ਦਾ ਸਾਥ ਦੇ ਕੇ ਦੇਖਿਓ, ਤੁਹਾਨੂੰ ਲੱਗੂਗਾ ਕਿ ਤੁਸੀਂ ਤਾਂ ਕੁਝ ਵੀ ਸਮੱਸਿਆਵਾਂ ਦੇ ਵਿੱਚੋਂ ਨਹੀਂ ਗੁਜ਼ਰ ਰਹੇ, ਕਿੰਨੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਚੋਂ ਲੋਕ ਗੁਜ਼ਰ ਰਹੇ ਹੈ। ਸਭ ਤੋਂ ਪਹਿਲਾਂ ਸ਼ੁਕਰਤਾ ਸਾਨੂੰ ਇਸ ਗੱਲ ਦਾ ਕਰਨਾ ਚਾਹੀਦਾ ਹੈ ਕਿ ਸਾਨੂੰ ਕੁਦਰਤ ਨੇ ਪੂਰਾ ਸਰੀਰ ਦਿੱਤਾ ਹੈ। 2 ਪੈਰ ਦਿੱਤੇ ਹੈ, ਲੱਤਾਂ ਦਿੱਤੀਆਂ, ਬਾਹਾਂ ਦਿੱਤੀਆਂ, ਇੱਕ ਤੰਦਰੁਸਤ ਦਿਮਾਗ ਦਿੱਤਾ ਹੈ ਸੋਚਣ ਵਾਸਤੇ, ਹੱਥ ਦਿੱਤੇ ਆ ਕੰਮ ਕਰਨ ਵਾਸਤੇ। ਤੁਸੀਂ ਸੋਚ ਕੇ ਦੇਖੋ, ਜਿਨ੍ਹਾਂ ਨੂੰ ਫਿਜ਼ੀਕਲ ਪ੍ਰੋਬਲਮ ਹੈ, ਜਿਨ੍ਹਾਂ ਨੂੰ ਚੱਲਣ ਦੇ ਵਿੱਚ ਪ੍ਰੋਬਲਮ ਹੈ, ਜਿਨ੍ਹਾਂ ਨੂੰ ਕੋਈ ਕੰਮ ਕਰਨ ਦੇ ਵਿੱਚ ਦਿੱਕਤ ਹੈ ਫਿਜ਼ੀਕਲ, ਤਾਂ ਉਹਨਾਂ ਲੋਕਾਂ ਨਾਲੋਂ ਘੱਟੋ ਘੱਟ ਅਸੀਂ ਜਿਹੜੇ ਆ ਉਹ ਬਿਹਤਰ ਹੈ। ਯਾਨੀ ਜਦੋਂ ਤੁਸੀਂ ਕਿਸੇ ਵੱਡੀ ਮੁਸੀਬਤ ਵਾਲੇ ਵਿਅਕਤੀ ਨੂੰ ਦੇਖੋਗੇ ਨਾ, ਤਾਂ ਤੁਹਾਨੂੰ ਲੱਗੂਗਾ ਕਿ ਤੁਸੀਂ ਤਾਂ ਕੁਝ ਵੀ ਮੁਸ਼ਕਲ ਦੇ ਵਿੱਚ ਨਹੀਂ ਹੋ, ਤੁਹਾਡੇ ਤੋਂ ਵੱਡੀ ਮੁਸ਼ਕਲ ਦੇ ਵਿੱਚ ਵੀ ਲੋਕ ਨੇ। ਤੇ ਫਿਰ ਸਾਨੂੰ ਆਪਦੀ ਜਿਹੜੀ ਮੁਸੀਬਤ ਹੈ ਉਹ ਬੜੀ ਛੋਟੀ ਤੇ ਆਸਾਨ ਪ੍ਰਤੀਤ ਹੋਣ ਲੱਗ ਜਾਂਦੀ ਹੈ। ਇਵੇਂ ਕੁਝ ਕਰਨ ਦੇ ਪੱਖੋਂ ਅਸੀਂ ਉਦੋਂ ਤੱਕ ਹੀ ਡਰਦੇ ਰਹਿੰਦੇ ਹਾਂ ਜਦੋਂ ਤੱਕ ਅਸੀਂ ਸੋਚਦੇ ਰਹਿੰਦੇ ਹਾਂ। ਜਿਹੜੇ ਲੋਕ ਸੁਖਣਾ ਸੁਖਦੇ ਹਨ ਜਾਂ ਝੜੀਹਾ ਸੁਖਦੇ ਹਨ, ਉਹ ਸੋਚ ਦੇ ਪੱਖੋਂ ਮੁਕਤ ਹੋ ਜਾਂਦੇ ਹਨ। ਉਹ ਆਪਣਾ ਧਿਆਨ ਸੰਸਿਆ ਉੱਤੇ ਨਹੀਂ, ਸੰਭਾਵਨਾਵਾਂ ਉੱਤੇ ਕੇਂਦਰਿਤ ਕਰਦੇ ਹਨ। ਇਸ ਗੱਲ ਨੂੰ ਜੇਕਰ ਮੈਂ ਆਪਟੀਮਿਸਟਿਕ ਲੋਕਾਂ ਦੇ ਨਜ਼ਰੀਏ ਤੋਂ ਦੇਖਾਂ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਜਿਵੇਂ ਇੱਕ ਟਰੱਕ ਡਰਾਈਵਰ ਹੈ। ਟਰੱਕ ਡਰਾਈਵਰ ਜਿਹੜਾ ਹੈ ਉਹ ਜਾਣ ਲੱਗਿਆਂ ਕਿਸੇ ਦੇਵੀ ਦੇਵਤੇ ਨੂੰ ਮੱਥਾ ਟੇਕਦਾ ਹੈ ਔਰ ਸੜਕ ਦੇ ਉੱਪਰ ਆਪਣੀ ਗੱਡੀ ਜਿਹੜੀ ਹੈ ਉਹ ਠੱਲ ਦਿੰਦਾ। ਉਹ ਬੇਪਰਵਾਹ ਹੋ ਜਾਂਦਾ ਹੈ ਕਿ ਜਿਹੜੇ ਦੇਵੀ ਦੇਵਤੇ ਨੂੰ ਮੈਂ ਧਿਆਇਆ ਹੈ, ਹੁਣ ਇਹਦੀ ਜ਼ਿੰਮੇਵਾਰੀ ਹੈ ਮੇਰੀ ਸੁਰੱਖਿਆ ਕਰਨੀ। ਯਾਨੀ ਇਸ ਤਰ੍ਹਾਂ ਕਰਦਿਆਂ ਉਹ ਬੰਦਾ, ਜਿਹੜੇ ਆਸਤਕ ਲੋਕ ਹੈ, ਉਹਨਾਂ ਵਰਗਾ ਬਣ ਜਾਂਦਾ ਹੈ। ਉਹਨੂੰ ਆਸ ਹੁੰਦੀ ਹੈ ਆਪਣੇ ਜਿਹੜਾ ਕੋਈ ਉਹਦਾ ਗੁਰੂ ਹੈ ਜਾਂ ਉਹਦਾ ਕੋਈ ਸੰਤ ਹੈ ਜਾਂ ਜਿਸ ਨੂੰ ਉਹ ਮੰਨਦਾ ਹੈ ਜਾਂ ਜਿਸ ਦੀ ਮਾਨਤਾ ਉਹ ਕਰਦਾ ਹੈ ਜਾਂ ਜਿਸ ਦੀ ਪੂਜਾ ਅਰਚਨਾ ਉਹ ਕਰਦਾ ਹੈ ਕਿ ਲਓ ਜੀ, ਮੈਂ ਤਾਂ ਬਜਰੰਗ ਬਲੀ ਨੂੰ ਮੱਥਾ ਟੇਕਤਾ, ਹੁਣ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ, ਹੁਣ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ। ਇਵੇਂ ਮੈਂ ਬਾਬੇ ਨਾਨਕ ਨੂੰ ਮੱਥਾ ਟੇਕਤਾ, ਗੁਰੂ ਗੋਬਿੰਦ ਸਿੰਘ ਨੂੰ ਮੱਥਾ ਟੇਕਤਾ, ਹੁਣ ਮੇਰੇ ਤੇ ਕੋਈ ਮੁਸੀਬਤ ਜਿਹੜੀ ਹੈ ਨਹੀਂ ਆਉਣੀ। ਸੱਚ ਜਾਣਿਓ, ਜੇ ਲੋਕ ਸਾਰੇ ਤਰਕਸ਼ੀਲ ਢੰਗ ਨਾਲ ਸੋਚਣ ਲੱਗ ਜਾਣ, ਜੇ ਲੋਕਾਂ ਨੂੰ ਇਹ ਪਤਾ ਲੱਗ ਜੇ ਵੀ ਪਾਪ ਪੁੰਨ ਕੁਝ ਵੀ ਨਹੀਂ ਹੁੰਦਾ, ਤਾਂ ਲੋਕ ਕੀ ਕਰਨਗੇ? ਹੋਰ ਜ਼ਿਆਦਾ ਅਪਰਾਧ ਕਰਨਗੇ, ਹੋਰ ਜ਼ਿਆਦਾ ਸਮੱਸਿਆਵਾਂ ਜਿਹੜੀਆਂ ਉਹ ਕ੍ਰੀਏਟ ਕਰਨਗੇ। ਹਾਲੇ ਤਾਂ ਉਹਨਾਂ ਨੂੰ ਡਰ ਲੱਗਦਾ ਵੀ ਰੱਬ ਕਿਤੇ ਨਾ ਕਿਤੇ ਹੈਗਾ, ਕਿਤੇ ਇਹ ਨਾ ਹੋਵੇ ਉਹ ਸਾਨੂੰ ਦੇਖਦਾ ਹੋਵੇ। ਸਾਡੀ ਬਹੁਤੀ ਜਨਤਾ ਇਸ ਕਰਕੇ ਡਰਦੀ ਰਹਿੰਦੀ ਹੈ, ਅਦਰਵਾਈਜ਼ ਉਹ ਬਹੁਤ ਵੱਡੇ ਅਪਰਾਧ ਕਰ ਸਕਦੀ ਹੈ। ਤਾਂ ਇਵੇਂ ਜਦੋਂ ਅਸੀਂ ਧਿਆਨ ਆਪਣਾ ਸੰਸਿਆ ਦੇ ਉੱਪਰ ਕੇਂਦਰਿਤ ਕਰਦੇ ਹਾਂ ਤੇ ਸੰਭਾਵਨਾਵਾਂ ਤੇ ਕੇਂਦਰਿਤ ਨਹੀਂ ਕਰਦੇ, ਤਾਂ ਸਾਡੀ ਸਥਿਤੀ ਹੋਰ ਬਣ ਜਾਂਦੀ ਹੈ। ਅਸੀਂ ਕੁਝ ਕਰਨ ਤੋਂ ਉਦੋਂ ਤੱਕ ਹੀ ਡਰਦੇ ਹਾਂ ਜਦੋਂ ਤੱਕ ਅਸੀਂ ਸੋਚਦੇ ਰਹਿੰਦੇ ਹਾਂ। ਜਿਹੜੇ ਲੋਕ ਸੁਖਣਾ ਸੁਖਦੇ ਆ ਜਾਂ ਚੜੀਹਾ ਸੁਖਦੇ ਆ, ਉਹ ਸੋਚ ਦੇ ਪੱਖੋਂ ਮੁਕਤ ਹੋ ਜਾਂਦੇ। ਉਹ ਕਹਿੰਦੇ ਹੁਣ ਸਾਡਾ ਕੋਈ ਕੰਮ ਨਹੀਂ, ਅਸੀਂ ਪੂਜਾ ਅਰਚਨਾ ਕਰ ਲਈ, ਹੁਣ ਕੰਮ ਪਰਮਾਤਮਾ ਦਾ ਹੈ, ਵਾਹਿਗੁਰੂ ਦਾ ਹੈ, ਈਸ਼ਵਰ ਦਾ ਹੈ, ਅੱਲਾ ਦਾ ਹੈ, ਗੋਡ ਦਾ, ਸਾਡਾ ਕੋਈ ਕੰਮ ਨਹੀਂ। ਉਹ ਨਿਸ਼ਚਿੰਤ ਹੋ ਕੇ ਬਹਿ ਜਾਂਦੇ ਆ।
ਤੇ ਉਹ ਆਪਣਾ ਧਿਆਨ ਜਿਹੜਾ ਕਿਸੇ ਸੰਸਥੇ ਤੇ ਨਹੀਂ ਲਾਉਂਦੇ, ਸੰਭਾਵਨਾਵਾਂ ਤੇ ਕੇਂਦਰਿਤ ਕਰ ਲੈਂਦੇ। ਇਵੇਂ ਹੀ ਜੇ ਕੋਈ ਰਿਸ਼ਤਾ ਕਰਨ ਸਮੇਂ ਦ੍ਰਿਸ਼ਟੀ ਪ੍ਰਵਾਨ ਕਰਨ ਦੀ ਹੋਵੇ ਤਾਂ ਔਗਣ ਵੀ ਗੁਣ ਦਿਖਾਈ ਦੇਣ ਲੱਗ ਪੈਂਦੇ ਆ। ਮਿਸਾਲ ਦੇ ਤੌਰ ਤੇ ਕੋਈ ਇੰਟਰਕਾਸਟ ਮੈਰਿਜ ਹੋਣ ਲੱਗੀ ਹੈ, ਠੀਕ ਹੈ, ਲੜਕਾ ਹੈ ਜਿਹੜਾ ਉਹ ਬੜੇ ਸਧਾਰਨ ਪਰਿਵਾਰ ਦਾ ਹੈ, ਲੜਕੀ ਜਿਹੜੀ ਹੈ ਉਹ ਬੜੇ ਚੰਗੇ ਪਰਿਵਾਰ ਦੀ ਹੈ, ਜਨਰਲ ਕਾਸਟ ਦੀ ਹੈ, ਤੇ ਲੜਕਾ ਜਿਹੜਾ ਕਿਸੇ ਸ਼ਡਿਊਲਡ ਕਾਸਟ ਬਰਾਦਰੀ ਨੂੰ ਬਿਲੋਂਗ ਕਰਦਾ। ਕਦੇ ਉਹ ਰਿਸ਼ਤਾ ਜਿਹੜਾ ਉਹ ਨਹੀਂ ਹੋਣ ਦਿੱਤਾ ਜਾਊਗਾ, ਪ੍ਰਵਾਨ ਨਹੀਂ ਕੀਤਾ ਜਾਊਗਾ। ਪਰ ਜੇ ਕਿਤੇ ਉਹ ਸ਼ਡਿਊਲਡ ਕਾਸਟ ਲੜਕਾ ਜਾਂ ਲੜਕੀ ਕਿਸੇ ਉੱਚ ਅਹੁਦੇ ਤੇ ਹੈ, PCS ਹੈ, IAS ਹੈ, ਜਾਂ ਹੋਰ ਕਿਸੇ ਉੱਚੇ ਅਹੁਦੇ ਤੇ ਬਿਰਾਜਮਾਨ ਹੈ, ਤਾਂ ਉਹੀ ਜਨਰਲ ਕਾਸਟਾਂ ਦੇ ਲੋਕ ਇਹ ਕਹਿੰਦੇ ਸੁਣੇ ਜਾਣਗੇ ਕਿ ਅੱਜ ਕੱਲ੍ਹ 21ਵੀਂ ਸਦੀ ਦਾ ਦੌਰ ਹੈ, ਅੱਜ ਕੱਲ੍ਹ ਕੌਣ ਜਾਤ ਪਾਤ ਨੂੰ ਦੇਖਦਾ ਹੈ। ਮੁੱਕਦੀ ਗੱਲ ਇਹ ਹੈ ਪਿਆਰੇ ਵਿਦਿਆਰਥੀਓ ਕਿ ਜਿਸ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਫਿਰ ਉਹੀ ਜਿਹੜਾ ਸ਼ਡਿਊਲਡ ਕਾਸਟ ਲੜਕਾ ਹੈ ਉਹ ਸੂਟੇਬਲ ਵੀ ਲੱਗਣ ਲੱਗ ਜਾਂਦਾ ਹੈ ਤੇ ਇੱਜ਼ਤ ਵੀ ਉਹਦੀ ਬਣ ਜਾਂਦੀ ਹੈ। ਯਾਨੀ ਇੱਕ ਗੱਲ ਇਹ ਸੋਚਣ ਵਾਲੀ ਹੈ ਕਿ ਜੇ ਤੁਸੀਂ ਸਮਾਜ ਦੇ ਵਿੱਚ ਆਪਣਾ ਕੋਈ ਰੁਤਬਾ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ, ਤਾਂ ਉਹ ਇੱਜ਼ਤ ਵੈਸੇ ਨਹੀਂ ਮਿਲਦੀ, ਉਹ ਇੱਜ਼ਤ ਕਮਾਉਣੀ ਪੈਂਦੀ ਹੈ। ਉਹ ਇੱਜ਼ਤ ਕਮਾਉਣ ਵਾਸਤੇ ਤੁਹਾਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ। ਸਖਤ ਮਿਹਨਤ ਕਰਦੇ ਆ ਜਦੋਂ ਤੁਸੀਂ ਕਿਸੇ ਚੰਗੇ ਅਹੁਦੇ ਤੇ ਪਹੁੰਚ ਜਾਂਦੇ ਹੋ ਤੇ ਲੋਕ ਆਪਣੇ ਆਪ ਤੁਹਾਡੀ ਇੱਜ਼ਤ ਕਰਨ ਲਈ ਮਜਬੂਰ ਹੋ ਜਾਂਦੇ ਆ। ਤੇ ਜੇਕਰ ਮਤਲਬ ਰਿਸ਼ਤਾ ਕਰਨ ਦੀ ਨੀਤ ਹੋਵੇ ਤਾਂ ਫਿਰ ਸਾਰੀਆਂ ਗੱਲਾਂ ਜਿਹੜੀਆਂ ਉਹ ਪ੍ਰਵਾਨ ਹੋ ਜਾਂਦੀਆਂ। ਫਿਰ ਅਸੀਂ ਅਗਾਂਹ ਵਧੂ ਖਿਆਲਾਂ ਦੇ ਵੀ ਬਣ ਜਾਂਦੇ ਆ, ਠੀਕ ਹੈ। ਜੇ ਨਾ ਪ੍ਰਵਾਨ ਕਰਨਾ ਹੋਵੇ ਫਿਰ ਨੁਕਸ ਜਿਹੜੇ ਆ ਦਿਸ ਜਾਂਦੇ ਆ। ਧਾਰਮਿਕ ਬਿਰਤੀ ਵਾਲੇ ਵਿਅਕਤੀ ਇਸੇ ਕਰਕੇ ਵਧੇਰੇ ਸੰਤੁਸ਼ਟ ਹੁੰਦੇ ਆ ਕਿਉਂਕਿ ਉਹ ਸੋਚਣ ਨਾਲੋਂ ਵਧੇਰੇ ਕਰਨ ਵਿੱਚ ਰੁੱਝੇ ਰਹਿੰਦੇ ਆ। ਧਾਰਮਿਕ ਬਿਰਤੀ ਵਾਲੇ ਲੋਕਾਂ ਨੂੰ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਅਨਪੜ੍ਹ ਲੋਕ ਹੈ ਉਹ ਰੱਬ ਦਾ ਨਾਮ ਲਿਆ ਤੇ ਫ੍ਰੀ ਹੋ ਗਏ ਵੀ ਹੁਣ ਸਾਡਾ ਕੋਈ ਕੰਮ ਨਹੀਂ, ਰੱਬ ਦਾ ਕੰਮ ਹੈ, ਅਸੀਂ ਤਾਂ ਉਹਦੀ ਜ਼ਿੰਮੇਵਾਰੀ ਲਾਤੀ, ਜਿਵੇਂ ਰੱਬ ਰਿਜ਼ਰਵ ਉਹਨਾਂ ਵਾਸਤੇ ਬੈਠਾ ਹੋਵੇ। ਲੇਕਿਨ ਉਹ ਬੰਦੇ ਮਾਨਸਿਕ ਤੌਰ ਤੇ ਬਹੁਤ ਸੌਖੇ ਰਹਿੰਦੇ, ਉਹ ਸੰਸਿਆਂ ਤੋਂ ਮੁਕਤ ਹੁੰਦੇ ਆ, ਇਸੇ ਲਈ ਪ੍ਰਸੰਨ ਪ੍ਰਤੀਤ ਹੁੰਦੇ। ਸੰਸਾ ਉਹਨਾਂ ਨੇ ਕਹਿੰਦਾ, ਸੰਸਾ ਤਾਂ ਉਹਨਾਂ ਨੇ ਰੱਬ ਨੂੰ ਦਿੱਤਾ, ਆਪਦੇ ਈਸ਼ਵਰ ਨੂੰ ਦਿੱਤਾ, ਉਹ ਕਰੂਗਾ ਸੰਸਾ ਆਪੇ। ਸੋਚਣ ਦਾ ਨਜ਼ਰੀਆ ਉਹਨਾਂ ਦਾ। ਚੁੱਪ ਰਹਿਣ ਦੀ ਆਦਤ ਪ੍ਰਸੰਨਤਾ ਵੱਲ ਪਹਿਲਾ ਕਦਮ ਹੁੰਦੀ ਹੈ। ਮੈਂ ਕੱਲ ਵੀ ਗੱਲ ਕੀਤੀ ਸੀ ਚੁੱਪ ਰਹਿਣ ਬਾਰੇ ਕਿ ਬਹੁਤੀ ਵਾਰੀ ਅਸੀਂ ਫਾਲਤੂ ਹੀ ਬੋਲਦੇ ਰਹਿੰਦੇ ਹਾਂ। ਬੈਟਰ ਇਹ ਹੈ ਕਿ ਚੁੱਪ ਕਰਕੇ ਲੋਕਾਂ ਨੂੰ ਸੁਣਿਆ ਜਾਵੇ, ਉਹਨਾਂ ਦੀ ਗੱਲ ਜਿਹੜੀ ਹੈ ਉਹਦੇ ਵੱਲ ਧਿਆਨ ਦਿੱਤਾ ਜਾਵੇ, ਨਾ ਕਿ ਆਪ ਹੀ ਬੋਲ ਬੋਲ ਕੇ ਗੱਲ ਜਿਹੜੀ ਹੈ ਉਹ ਅਸੀਂ ਖਰਾਬ ਕਰਦੇ ਰਹੀਏ। ਜਿਹੜੇ ਚੁੱਪ ਰਹਿੰਦੇ ਆ ਉਹਨਾਂ ਦਾ ਮਨ ਉਹਨਾਂ ਦੀ ਸਮੱਸਿਆਵਾਂ ਵਾਸਤੇ ਸੋਚਣ ਲਈ ਵਧੇਰੇ ਸਮਾਂ ਦੇ ਸਕਦਾ ਹੈ। ਮਤਲਬ ਜੇ ਅਸੀਂ ਚੁੱਪ ਹੈ, ਜੇ ਅਸੀਂ ਸ਼ਾਂਤ ਚਿੱਤ ਬੈਠੇ ਹਾਂ ਤਾਂ ਕੁਦਰਤੀ ਗੱਲ ਹੈ ਕਿ ਅਸੀਂ ਆਪਣੇ ਬਾਰੇ ਸੋਚ ਰਹੇ ਹੋਵਾਂਗੇ ਜਾਂ ਆਪਣੀਆਂ ਸਮੱਸਿਆਵਾਂ ਬਾਰੇ ਸੋਚ ਰਹੇ ਹੋਵਾਂਗੇ। ਉਹਨਾਂ ਵਿੱਚ ਨਾ ਕੇਵਲ ਵਧੇਰੇ ਟਿਕਾਓ ਹੁੰਦਾ ਹੈ, ਸਗੋਂ ਉਹਨਾਂ ਦੇ ਬੋਲਾਂ ਵਿੱਚ ਵਧੇਰੇ ਡੂੰਘਾਈ ਵੀ ਹੁੰਦੀ ਹੈ ਤੇ ਉਹਨਾਂ ਨੂੰ ਵਧੇਰੇ ਧਿਆਨ ਨਾਲ ਸੁਣਿਆ ਜਾਂਦਾ। ਜਿਹੜਾ ਬੰਦਾ ਬਾਂ ਕਰੀ ਜਾਂਦਾ, ਬੁੱਲੀ ਜਾਂਦਾ, ਉਹਦੇ ਵੱਲ ਲੋਕ ਬਹੁਤਾ ਧਿਆਨ ਨਹੀਂ ਦਿੰਦੇ। ਕਈ ਸਮੱਸਿਆਵਾਂ ਨੂੰ ਅਸੀਂ ਖੋਲ੍ਹਦੇ ਹੀ ਨਹੀਂ। ਜਿਵੇਂ ਕੋਈ ਠੱਪੀ ਹੋਈ ਫੁਲਕਾਰੀ ਆਪਣਾ ਸਮੁੱਚ ਪੇਸ਼ ਨਹੀਂ ਕਰਦੀ, ਇਵੇਂ ਠੱਪੀ ਹੋਈ ਸਮੱਸਿਆ ਦੇ ਸਾਰੇ ਪੱਖ ਵੀ ਨਹੀਂ ਉਗੜਦੇ। ਸਮੱਸਿਆ ਨੂੰ ਖੋਲ੍ਹਣ ਨਾਲ ਕਈ ਪੱਖ ਆਪਸ ਵਿੱਚ ਵੀ ਮਨਫੀ ਹੋ ਜਾਂਦੇ ਹਨ ਅਤੇ ਅਲਜਬਰੇ ਦੀ ਵੱਡੀ ਰਕਮ ਦੇ ਨਿੱਕੇ ਜਿਹੇ ਹੱਲ ਵਾਂਗ ਸਭ ਕੁਝ ਨਿਖਰ ਕੇ ਸਪਸ਼ਟ ਹੋ ਜਾਂਦਾ ਹੈ। ਮਤਲਬ ਕੀ ਹੈ ਕਿ ਸਾਨੂੰ ਕੋਈ ਸਮੱਸਿਆ ਹੈ, ਅਸੀਂ ਅੰਦਰ ਦੱਬ ਕੇ ਤੁਰੇ ਫਿਰਦੇ ਹਾਂ, ਕਿਸੇ ਨਾਲ ਸਾਂਝੀ ਨਹੀਂ ਕਰਦੇ। ਤੇ ਜੇਕਰ ਅਸੀਂ ਕਿਸੇ ਸਿਆਣੇ ਬੰਦੇ ਨਾਲ ਗੱਲ ਸਾਂਝੀ ਕਰ ਲਈਏ, ਉਹ ਸਾਨੂੰ ਉਹਦੇ ਬਾਰੇ ਰਾਏ ਵੀ ਦੇ ਸਕਦਾ ਹੈ। ਸ਼ਰਤ ਇਹ ਹੈ ਕਿ ਸਾਂਝੀ ਅਸੀਂ ਕਿਸ ਨਾਲ ਕਰਨੀ ਹੈ, ਜਿਸ ਬੰਦੇ ਤੋਂ ਸਾਨੂੰ ਉਮੀਦ ਹੈ ਕਿ ਸਾਡੀ ਸਮੱਸਿਆ ਨੂੰ ਹੱਲ ਕਰ ਸਕਦਾ ਹੈ। ਹਰ ਇੱਕ ਨਾਲ ਗੱਲ ਸਾਂਝੀ ਕਰਨ ਦਾ ਕੋਈ ਫਾਇਦਾ ਨਹੀਂ।
ਤੇ ਜਿਹਦੇ ਨਾਲ ਸਾਂਝੀ ਕਰਦੇ ਉਹਨੂੰ ਖੁੱਲ੍ਹ ਕੇ ਸਾਰੀ ਗੱਲ ਜਿਹੜੀ ਅਸੀਂ ਬਿਆਨ ਕਰ ਦਈਏ ਕਿ ਸਮੱਸਿਆ ਅਸਲ ਦੇ ਵਿੱਚ ਆ ਹੈ। ਕਿਸੇ ਨਜ਼ਦੀਕੀ ਦੀ ਮੌਤ ਕਈ ਵਾਰੀ ਸਾਡਾ ਲੱਕ ਤੋੜ ਦਿੰਦੀ ਹੈ। ਜਦੋਂ ਕੋਈ ਸਾਡਾ ਆਪਣਾ ਜਾਂ ਦੂਜੇ ਸ਼ਬਦਾਂ 'ਚ ਕਰੀਏ ਜਿਹੜਾ ਸਾਡਾ ਪਸੰਦੀਦਾ ਹੋਵੇ, ਉਹਦੀ ਮੌਤ ਜਿਹੜੀ ਹੈ ਉਹ ਸਾਨੂੰ ਬਹੁਤ ਤੰਗ ਕਰਦੀ ਹੈ। ਸਾਡਾ ਜਿਹੜਾ ਉਹ ਮਾਨਸਿਕ ਪੱਧਰ ਜਿਹੜਾ ਬਹੁਤ ਵਿਗਾੜ ਦਿੰਦੀ ਹੈ। ਬਿਮਾਰੀ, ਹਾਰ, ਗਲਤਫਹਿਮੀ, ਅਸਫਲਤਾ, ਬੇਇੱਜ਼ਤੀ, ਦੁਸ਼ਮਣੀ, ਆਰਥਿਕ ਤੰਗੀ ਆਦਿ ਸਾਨੂੰ ਨਿਰਾਸ਼ ਕਰਨ ਵਾਲੇ ਹੋਰ ਪੱਖ ਹੈ। ਸਾਨੂੰ ਬਿਮਾਰੀ ਵੀ ਤੰਗ ਕਰਦੀ ਹੈ, ਪਰੇਸ਼ਾਨ ਕਰਦੀ ਹੈ। ਹਾਰ ਵੀ ਸਾਨੂੰ ਮਾਨਸਿਕ ਤੌਰ ਤੇ ਸਮਝੌਤਾ ਕਰਨ ਦੇ ਜਿਹੜਾ ਉਹ ਨਹੀਂ ਰਹਿਣ ਦਿੰਦੀ। ਗਲਤਫਹਿਮੀ ਕਿਸੇ ਬਾਰੇ ਪੈਦਾ ਹੋ ਜਾਣੀ, ਉਹ ਸਾਨੂੰ ਬੜੀ ਤਕਲੀਫ ਦਿੰਦੀ ਹੈ, ਮਾਨਸਿਕ ਤਕਲੀਫ ਦਿੰਦੀ ਹੈ। ਜਦੋਂ ਅਸੀਂ ਕਿਸੇ ਕੰਮ 'ਚ ਅਸਫਲ ਹੋ ਜਾਂਦੇ ਹਾਂ ਤਾਂ ਫਿਰ ਅਸੀਂ ਬੜੇ ਬੇਚੈਨ ਹੋ ਜਾਂਦੇ ਹਾਂ। ਜਦੋਂ ਕੋਈ ਸਾਡੀ ਬੇਇੱਜ਼ਤੀ ਕਰ ਦਿੰਦਾ ਫਿਰ ਵੀ ਅਸੀਂ ਬੜਾ ਅਪਸੈਟ ਹੋ ਜਾਂਦੇ ਹਾਂ। ਤੇ ਜਦੋਂ ਸਾਡੀ ਕਿਸੇ ਨਾਲ ਦੁਸ਼ਮਣੀ ਹੋਵੇ ਤਾਂ ਅਸੀਂ ਫਿਰ ਸਟ੍ਰੈਟਜੀਜ਼ ਪਲਾਨ ਕਰਦੇ ਰਹਿੰਦੇ ਹਾਂ, ਪਰੇਸ਼ਾਨ ਰਹਿੰਦੇ ਹਾਂ। ਤੇ ਜੇ ਆਰਥਿਕ ਤੰਗੀ ਹੋਵੇ ਫਿਰ ਸਭ ਤੋਂ ਵੱਧ ਅਸੀਂ ਪਰੇਸ਼ਾਨ ਮਹਿਸੂਸ ਕਰਦੇ ਹਾਂ। ਕਈ ਵਾਰੀ ਸਾਡੇ ਹੌਸਲੇ ਇੰਨੇ ਢਹਿ ਜਾਂਦੇ ਹਨ ਕਿ ਸਾਨੂੰ ਫਿਰ ਉੱਠਣ ਦੀ ਕੋਈ ਆਸ ਹੀ ਵਿਖਾਈ ਜਿਹੜੀ ਹੈ ਨਹੀਂ ਦਿੰਦੀ। ਇੱਥੇ ਹੀ ਲੋੜ ਪੈਂਦੀ ਹੈ ਅੰਦਰਲੀ ਸ਼ਕਤੀ ਨੂੰ ਜਗਾਉਣ ਦੀ। ਕੋਈ ਵੀ ਉਦਾਸੀ ਜਾਂ ਨਿਰਾਸ਼ਾ ਅਜਿਹੀ ਨਹੀਂ ਹੁੰਦੀ ਜਿਸ ਦਾ ਪਹਿਲਾਂ ਕਿਸੇ ਹੋਰ ਨੂੰ ਸਾਹਮਣਾ ਨਾ ਕਰਨਾ ਪਿਆ ਹੋਵੇ। ਯਾਨੀ ਜਿਹੜੀਆਂ ਵੀ ਸਮੱਸਿਆਵਾਂ, ਜਿਹੜੀਆਂ ਵੀ ਉਦਾਸੀ ਦੇ ਕਾਰਨ ਤੁਹਾਡੇ ਵਾਸਤੇ ਪੈਦਾ ਹੋ ਰਹੇ ਨੇ, ਉਹ ਤੁਹਾਡੇ ਵਾਸਤੇ ਪਹਿਲੀ ਵਾਰੀ ਨਹੀਂ ਪੈਦਾ ਹੋ ਰਹੇ, ਉਹ ਹੋਰਾਂ ਲਈ ਵੀ ਪੈਦਾ ਹੋਏ ਹੋਣਗੇ। ਕੁਝ ਉਹਨਾਂ ਦੇ ਉਸ ਤਰ੍ਹਾਂ ਦੇ ਤਜਰਬਾ ਵਾਲੇ ਲੋਕਾਂ ਨਾਲ ਵੀ ਅਸੀਂ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹਾਂ। ਕੋਈ ਅਜਿਹਾ ਦਰਿਆ ਨਹੀਂ ਜਿਸ ਨੂੰ ਮਨੁੱਖ ਨੇ ਪਾਰ ਨਾ ਕੀਤਾ ਹੋਵੇ। ਤੁਸੀਂ ਦੇਖੋ 7 ਸਮੁੰਦਰ ਪਾਰ ਕਰਕੇ ਅਸੀਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਵੱਡੇ ਵੱਡੇ ਮੁਲਕਾਂ ਦੇ ਵਿੱਚ ਮਨੁੱਖ ਜਿਹੜਾ ਉਹ ਪਹੁੰਚ ਗਿਆ। ਕੋਈ ਵੀ ਅਜਿਹੀ ਮੁਸੀਬਤ ਨਹੀਂ ਜਿਸ ਦਾ ਮਨੁੱਖ ਕੋਲ ਕੋਈ ਹੱਲ ਨਾ ਹੋਵੇ। ਯਾਨੀ ਜਦੋਂ ਅਸੀਂ ਕੋਈ ਦਰਿਆ ਨਹੀਂ ਛੱਡਿਆ ਪਾਰ ਕਰਨ ਨੂੰ, ਤੇ ਮੁਸ਼ਕਿਲ ਕੀ ਚੀਜ਼ ਹੈ, ਇਹਦਾ ਵੀ ਹੱਲ ਜਿਹੜਾ ਕਿਤੇ ਨਾ ਕਿਤੇ ਪਿਆ ਹੁੰਦਾ। ਮਨੁੱਖ ਵਿੱਚ ਬਹੁਤ ਕੁਝ ਬਰਦਾਸ਼ਤ ਕਰਨ ਦੀ ਇੱਕ ਸੁਭਾਵਕ ਸ਼ਕਤੀ ਹੁੰਦੀ ਹੈ। ਅਸੀਂ ਬਹੁਤ ਕੁਝ ਬਰਦਾਸ਼ਤ ਕਰ ਸਕਦੇ ਹਾਂ, ਥੋੜੀ ਜਿਹੀ ਕੋਸ਼ਿਸ਼ ਕਰਨ ਦੀ ਸਾਨੂੰ ਲੋੜ ਪੈਂਦੀ ਹੈ ਔਰ ਅਸੀਂ ਇਸ 'ਚ ਕਾਮਯਾਬ ਹੋ ਜਾਂਦੇ ਹਾਂ। ਕਈ ਬਿਮਾਰੀਆਂ ਦਾ ਇਲਾਜ ਨਹੀਂ ਹੁੰਦਾ, ਉਹਨਾਂ ਨੂੰ ਆਪਣੇ ਮਨ ਦੀ ਪਕਿਆਈ ਨਾਲ ਹੀ ਸਹਿਣਾ ਇਲਾਜ ਹੁੰਦਾ ਹੈ। ਬਹੁਤ ਸਾਰੀਆਂ ਚੀਜ਼ਾਂ, ਕੋਵਿਡ ਦਾ ਦੌਰ ਚੱਲ ਰਿਹਾ ਹੈ। ਕੋਵਿਡ ਦੇ ਦੌਰ 'ਚ ਜਿਹੜੇ ਲੋਕ ਮਨੋਬਲ ਦੇ ਪੱਖ ਤੋਂ ਸਖਤ ਨੇ, ਸਟਰੋਂਗ ਨੇ ਜਾਂ ਅਮੀਰ ਨੇ, ਜਿਨ੍ਹਾਂ ਕੋਲ ਵਿਲ ਪਾਵਰ ਹੈ, ਉਹ ਲੋਕ ਜਲਦੀ ਠੀਕ ਹੁੰਦੇ ਨੇ। ਜਿਹੜੇ ਲੋਕ ਸਮੱਸਿਆ ਆਉਣ ਤੇ, ਕੋਈ ਬਿਮਾਰੀ ਆਉਣ ਤੇ ਘਬਰਾ ਜਾਂਦੇ ਨੇ, ਉਹਨਾਂ ਨੂੰ ਬਿਮਾਰੀ ਨੂੰ ਦੂਰ ਕਰਨ ਦੇ ਵਿੱਚ ਬਹੁਤ ਸਮਾਂ ਲੱਗਦਾ ਹੈ ਤੇ ਕਈ ਵਾਰੀ ਉਹ ਖਤਰਨਾਕ ਮੋੜ ਤੇ ਵੀ ਜਾ ਕੇ ਪਹੁੰਚ ਜਾਂਦੇ ਨੇ। ਸੋ ਆਪਣੀ ਵਿਲ ਪਾਵਰ ਸਟਰੋਂਗ ਰੱਖਣਾ ਬਹੁਤ ਵੱਡੀ ਗੱਲ ਹੈ। ਇੱਕ ਮੈਂ ਤੁਹਾਨੂੰ ਪਰਿਵਾਰਕ ਗੱਲ ਸੁਣਾਉਣਾ ਕਿ ਮੇਰੇ ਮਾਤਾ ਜੀ ਜਿਹੜੇ ਕਿ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਏ, ਉਹਨਾਂ ਨੂੰ ਕੋਈ ਅਬਾਊਟ 13-14 ਸਾਲ ਅਖੀਰਲੇ ਬਿਲਕੁਲ ਸੁਣਿਆ ਨਹੀਂ, ਕਿਉਂਕਿ ਬਿਮਾਰ ਹੋ ਗਏ ਸੀ। ਬਿਮਾਰ ਹੋਏ ਸੀ, ਹਸਪੀਟਲ ਦਾਖਲ ਕਰਾਤੇ, ਕੋਈ ਐਂਟੀਬਾਇਓਟਿਕ ਐਸਾ ਰਿਜੈਕਟ ਕੀਤਾ ਕਿ ਉਹਨਾਂ ਦਾ ਹੀਅਰ ਲਾਸ ਹੋ ਗਿਆ, ਟੋਟਲ ਹੀਅਰ ਲਾਸ। ਬਿਲਕੁਲ ਅਨਪੜ੍ਹ, ਕਾਲਾ ਅੱਖਰ ਭੈਂਸ ਬਰਾਬਰ, ਕੁਛ ਨਹੀਂ ਲਿਖਣਾ ਜਾਣਦੇ, ਕੁਛ ਨਹੀਂ ਪੜ੍ਹਨਾ ਜਾਣਦੇ ਸੀ, ਸੁਣਦਾ ਵੀ ਬਿਲਕੁਲ ਨਹੀਂ ਸੀ। ਅਸੀਂ ਬਹੁਤ ਸਾਰੇ ਡਾਕਟਰਸ ਨੂੰ ਦਿਖਾਇਆ। ਡਾਕਟਰ ਕਹਿੰਦੇ ਵੀ ਇਹਦੇ 2 ਗੱਲਾਂ ਹੋਣਗੀਆਂ, ਇਹਨੂੰ ਸੁਣਨਾ ਤਾਂ ਸ਼ੁਰੂ ਹੋਣਾ ਨਹੀਂ, ਤੇ ਇਟ ਮੇ ਬੀ ਪੋਸੀਬਲ ਇਹ ਚੁੱਪ ਕਰ ਜਾਣੇ, ਬੋਲਣੋਂ ਵੀ ਹਟ ਜਾਣ। ਜੇ ਬੋਲਣੋਂ ਵੀ ਹਟ ਗਏ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਣਗੇ ਤਾਂ ਉਹਦੇ ਨਾਲ ਤੁਹਾਨੂੰ ਤਕਲੀਫ ਜਿਹੜੀ ਹੈ ਉਹ ਜ਼ਿਆਦਾ ਹੋਏਗੀ, ਕਿਉਂਕਿ ਤੁਸੀਂ ਇਹਨਾਂ ਨੂੰ ਕੋਈ ਗੱਲ ਸਮਝਾ ਨਹੀਂ ਸਕੋਗੇ, ਕੋਈ ਗੱਲ ਸਮਝਣਾ ਨਹੀਂ ਚਾਹਣਗੇ। ਔਰ ਪਿਆਰੇ ਵਿਦਿਆਰਥੀਓ, ਮੈਂ ਦੱਸਦਾ ਕਿ ਤੀਜੇ ਕੁ ਡਾਕਟਰ ਕੋਲ ਜਦੋਂ ਅਸੀਂ ਲੈ ਕੇ ਗਏ ਤਾਂ ਪਹਿਲਾਂ 2 ਡਾਕਟਰਸ ਨੇ ਸਾਨੂੰ ਜਵਾਬ ਦੇ ਦਿੱਤਾ। ਫਿਰ ਸਾਨੂੰ ਜਿੱਥੋਂ ਕੋਈ ਚੰਗਾ ਲੱਗਿਆ ਡਾਕਟਰ ਵੀ ਆਹ ਡਾਕਟਰ ਬਹੁਤ ਅੱਛਾ ਹੈ, ਅਸੀਂ ਉਹਦੇ ਕੋਲ ਲੈ ਜਾਂਦੇ। ਤੀਜੇ ਡਾਕਟਰ ਕੋਲ ਜਦੋਂ ਅਸੀਂ ਲੈ ਕੇ ਗਏ ਤਾਂ ਮੇਰੀ ਮਾਂ ਨੇ ਕਿਹਾ ਕਿ ਮੈਨੂੰ ਸੁਣਨ ਨਹੀਂ ਲੱਗਣਾ, ਇਹ ਐਵੇਂ ਮੇਰੇ ਜਵਾਕ ਮੇਰੇ ਚੱਕੀ ਤੁਰੇ ਫਿਰਦੇ ਆ,
ਇਹਨਾਂ ਨੇ ਕਿਹਾ ਵੀ ਇਹ ਕੋਈ ਫਾਇਦਾ ਨਹੀਂ, ਜੋ ਵਾਹਿਗੁਰੂ ਨੇ ਮੈਥੋਂ ਲੈਣੀ ਸੀ ਚੀਜ਼ ਉਹ ਮੈਥੋਂ ਲੈ ਲਈ, ਹੁਣ ਨਹੀਂ ਉਹ ਮੈਨੂੰ ਦਿੰਦਾ, ਚੱਲ ਕੋਈ ਗੱਲ ਨਹੀਂ, ਆਪਾਂ ਇਹ ਟਾਈਮ ਪਾਸ ਕਰ ਲਾਂਗੇ। ਮੇਰੇ ਕਹਿਣ ਤੋਂ ਭਾਵ ਕਿ ਡਾਕਟਰਾਂ ਦੀ ਕੋਈ ਵੀ ਦਲੀਲ ਜਿਹੜੀ ਹੈ ਉਹ ਮਤਲਬ ਚੱਲਣ ਨਹੀਂ ਦਿੱਤੀ ਸਾਡੀ ਮਾਤਾ ਨੇ। ਕਿਉਂ? ਕਿਉਂਕਿ ਉਹ ਵਿਲ ਪਾਵਰ ਬੜੀ ਸਟਰੋਂਗ ਸੀ, ਜਿਉਣਾ ਚਾਹੁੰਦੇ ਸੀ। ਉਹ ਮਰਨ ਵਾਲੀ ਰਾਤ ਨੂੰ ਵੀ, ਉਹ ਜਿਸ ਦਿਨ ਉਹਨਾਂ ਦੀ ਡੈਥ ਹੁੰਦੀ ਹੈ, ਉਸ ਜਦੋਂ ਪਹਿਲੀ ਰਾਤ ਨੂੰ ਵੀ ਉਹ ਵਾਰ-ਵਾਰ ਇਹ ਆਵਾਜ਼ਾਂ ਮਾਰ ਰਹੇ ਸੀ ਕਿ ਰੱਬਾ ਮੈਨੂੰ ਅਜੇ ਮੈਂ ਬਹੁਤ ਕੁਝ ਵੇਖਣਾ ਹੈ, ਮੈਨੂੰ ਅਜੇ ਹੋਰ ਜ਼ਿੰਦਗੀ ਦੇ, ਵਾਹਿਗੁਰੂ ਮੈਨੂੰ ਹੋਰ ਜ਼ਿੰਦਗੀ ਦੇ। ਮੇਰੇ ਕਹਿਣ ਤੋਂ ਭਾਵ ਕਿ ਉਹ ਆਪਣੀ ਵਿਲ ਪਾਵਰ ਨਾਲ ਹੀ 14-15 ਸਾਲ ਜਿਹੜੇ ਆ ਆਪਣੀ ਜ਼ਿੰਦਗੀ ਦੇ ਅਖੀਰਲੇ ਕੱਢ ਗਏ। ਔਰ ਖਾਸ ਗੱਲ ਇਹ ਕਿ ਪਤਾ ਨਹੀਂ ਕੁਦਰਤ ਦੀ ਕੀ ਰੰਗਤ ਹੈ ਇਹ, ਕਿ ਹਰ ਗੱਲ ਉਹ ਸਮਝ ਜਾਂਦੇ ਸੀ। ਇੱਕ ਦੋ ਵਾਰੀ ਸਾਨੂੰ ਟਰਾਈ ਕਰਨਾ ਪੈਂਦਾ ਸੀ ਵੀ ਫਲਾਣੇ ਦੇ ਜਵਾਕ ਹੋਇਆ ਹੈ ਜਾਂ ਫਲਾਣੇ ਦੀ ਡੈਥ ਹੋ ਗਈ ਜਾਂ ਫਲਾਣਾ ਬਿਮਾਰ ਹੈ, ਉਹ ਸਾਰੀ ਗੱਲ ਜਿਹੜੀ ਹੈ ਇੱਕ ਦੋ ਵਾਰੀ ਦੁਹਰਾਉਂਦੇ ਸੀ ਗੱਲ ਤੇ ਉਹਨਾਂ ਨੂੰ ਗੱਲ ਸਮਝ ਆ ਜਾਂਦੀ ਸੀ। ਇਹ ਹੁੰਦੀ ਵਿਲ ਪਾਵਰ। ਤੁਸੀਂ ਮਾਨਸਿਕ ਤੌਰ ਤੇ ਕਿੰਨੇ ਸਟਰੋਂਗ ਹੋ, ਤੁਹਾਡਾ ਮਨੋਬਲ ਕਿੰਨਾ ਸਟਰੋਂਗ ਹੈ। ਰਾਜ